ਜਦੋਂ ਘਰੋਂ ਆਉਂਦੀ ਨਾ ਚਿੱਠੀ, ਉਹਦਾ ਇੱਕ ਅਹਿਸਾਸ ਹੁੰਦਾ ਸੀ ਵੀ ਇਹਨੂੰ ਸਾਡੇ ਕਿਸੇ ਘਰ ਦੇ ਹੱਥ ਲੱਗੇ ਹੋਏ ਆ, ਉਹਦੇ ਹੱਥਾਂ ਨਾਲ ਇਹ ਲਿਖੀ ਹੋਈ ਹੈ। ਪਰ ਜਦੋਂ ਆਪਾਂ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ, ਉਸ ਤੋਂ ਬਾਅਦ SMS ਆਏ, ਟੈਕਸਟ ਮੈਸੇजेस ਆਏ, ਤਾਂ ਉਹ ਰੂਪ ਜਿਹੜਾ ਸੀ ਉਹ ਤਾਂ ਬਦਲ ਗਿਆ। ਜੀ ਬਿਲਕੁਲ। ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਜਤਿੰਦਰ ਜੀ ਚਿੱਠੀ ਕੀ ਹੁੰਦੀ ਹੈ। ਕੱਲ ਵੀ ਜਿਵੇਂ ਜਤਿੰਦਰ ਜੀ ਜ਼ਿਕਰ ਕਰ ਰਹੇ ਸੀ ਕਿ ਕਈ ਵਾਰੀ ਚਿੱਠੀਆਂ ਕਈ ਸਾਲਾਂ ਬਾਅਦ ਮਿਲਦੀਆਂ ਸੀ। ਹਾਂ, ਇਹ ਵੀ ਇੱਕ ਬੜਾ ਮਤਲਬ ਕਈ ਵਾਰ ਇਹ ਹਾਸੋਹੀਣਾ ਵੀ ਬਣਿਆ ਹੈਗਾ, ਇਹਦੇ ਤੇ ਕਈ ਵਾਰ ਮਜ਼ਾਕ ਵੀ ਹੁੰਦੇ ਰਹੇ ਆ। ਕਈ ਵਾਰ ਆਪਾਂ ਪੋਸਟਲ ਡਿਪਾਰਟਮੈਂਟ ਦੀ ਇਹਦੇ ਬਾਰੇ 'ਚ ਫਜ਼ੀਹਤ ਹੁੰਦੀ ਵੀ ਆਪਾਂ ਖਾਸ ਕਰ ਇੰਡੀਆ ਦੇ ਵਿੱਚ ਆਪਾਂ ਸੁਣਦੇ ਰਹੇ ਆ। ਇੱਕ ਵਾਰ ਮੈਂ ਅਖਬਾਰ 'ਚ ਖਬਰ ਪੜ੍ਹੀ ਸੀ, ਕੋਈ ਵਰਲਡ ਵਾਰ ਵੇਲੇ ਦੀ ਲਿਖੀ ਹੋਈ ਚਿੱਠੀ, ਉਹ ਪਤਾ ਨਹੀਂ ਕਿੰਨੇ 50 ਸਾਲ ਬਾਅਦ ਕਿਸੇ ਦੇ ਘਰ ਪਹੁੰਚੀ। ਬਿਲਕੁਲ ਜੀ, ਇਹ ਆਪਣੀਆਂ ਉੱਥੇ ਦੀਆਂ ਇੰਡੀਆ ਦੀਆਂ ਚਿੱਠੀਆਂ ਹੈਗੀਆਂ ਜੀ, ਆ ਸਨ 65 ਦੀਆਂ ਚਿੱਠੀਆਂ, ਤੇ ਆ ਪੋਸਟ ਕਾਰਡ ਇਸ ਤਰ੍ਹਾਂ ਦੇ ਹੁੰਦੇ ਸੀ। ਇਹ ਪੋਸਟ ਕਾਰਡ ਤੇ ਚਿੱਠੀਆਂ ਉਹ ਆਪਣੇ ਕੋਲ ਲੈ ਕੇ ਆਏ ਸੀ, ਜਿਹੜੇ ਨੰਦ ਲਾਲ ਨੂਰਪੁਰੀ ਉਹਨਾਂ ਨੇ ਉਹਨਾਂ ਨੂੰ ਲਿਖੀਆਂ ਸੀ, ਤੇ ਉਹਨਾਂ ਦੀਆਂ ਮੈਂ ਫੋਟੋ ਕਾਪੀਆਂ ਕਰ ਲਈਆਂ ਸੀ। ਦੋ ਲਾਈਨਾਂ ਮਿਸਟਰ ਡਵਾਲ ਜੀ ਕੋਈ ਤੁਸੀਂ ਪੜ੍ਹ ਕੇ ਸੁਣਾ ਸਕੋ। ਇਹਦੇ ਵਿੱਚੋਂ ਹਨਾ, ਜੇ ਮੈਂ ਕਹਾਂ ਕਿ ਬਲਵੀਰ ਮੈਨੂੰ ਐਮਰਜੈਂਸੀ ਦਾ ਪਤਾ, ਉਹਨਾਂ ਦਿਨਾਂ 'ਚ ਐਮਰਜੈਂਸੀ ਲੱਗੀ ਹੋਈ ਸੀ, ਫਿਰ ਵੀ ਕੀ ਕਰਾਂ, ਆਪ ਇੱਕ ਵਾਰੀ ਜ਼ਰੂਰ ਮਿਲ ਜਾਓ, ਇਹ ਚੰਦ ਦਿਨ ਦੀ ਖੇਡ ਹੈ, ਮੁੱਕ ਜਾਵੇਗੀ, ਸ਼ਨੀਵਾਰ ਜਾਂ ਐਤਵਾਰ ਜ਼ਰੂਰ ਵਕਤ ਕੱਢੋ, ਆਪ ਦਾ ਨੰਦ ਲਾਲ ਨੂਰਪੁਰੀ। ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ। ਜਤਿੰਦਰ ਜੀ, ਚਿੱਠੀਆਂ ਤੁਸੀਂ ਵੀ ਜ਼ਰੂਰ ਲਿਖੀਆਂ ਹੋਣਗੀਆਂ ਆਪਣੀ ਲਾਈਫ ਦੇ ਵਿੱਚ। ਬਹੁਤ ਜੀ। ਕਿਹਨੂੰ ਲਿਖੀਆਂ? ਮੈਂ ਚਿੱਠੀਆਂ ਲਿਖਣ ਦਾ ਸਿਲਸਿਲਾ ਜੇ ਮੇਰੀ ਜ਼ਿੰਦਗੀ ਦਾ ਤੁਸੀਂ ਪੁੱਛੋ ਤਾਂ ਸ਼ੁਰੂ ਹੋਇਆ, ਮੈਂ ਨਾ ਪੜ੍ਹਿਆ ਹੋਇਆ ਇੱਕ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ। ਅੱਛਾ। ਮੇਰਾ ਸਕੂਲ ਸੀ ਜਵਾਹਰ ਨਵੋਦਿਆ ਵਿਦਿਆਲਿਆ, ਬੜਿੰਗਖੇੜਾ। ਅੱਛਾ। ਇਹ ਯੂਨਾਈਟਿਡ ਫਰੀਦਕੋਟ ਹੁੰਦਾ ਸੀਗਾ ਉਦੋਂ, ਇਕੱਠਾ ਜ਼ਿਲ੍ਹਾ, ਮੋਗਾ, ਮੁਕਤਸਰ ਤੇ ਫਰੀਦਕੋਟ ਇਕੱਠੇ ਹੁੰਦੇ ਸੀਗੇ, ਤੇ ਉਹਦੇ 'ਚ ਇੱਕ ਸਕੂਲ ਸੀਗਾ। ਤੇ ਅਸੀਂ ਕਿਉਂਕਿ ਉੱਥੇ ਹੀ ਰਹਿਣਾ ਹੁੰਦਾ ਸੀ, 6ਵੀਂ ਤੋਂ ਲੈ ਕੇ 12ਵੀਂ ਤੱਕ ਮੈਂ ਪੜ੍ਹਿਆ। ਅੱਛਾ। ਤੇ ਟੈਲੀਫੋਨ ਤਾਂ ਹੁੰਦਾ ਹੀ ਨਹੀਂ ਸੀ ਉਸ ਵੇਲੇ। ਮੈਂ ਇਹ ਗੱਲ ਕਰ ਰਿਹਾ 1988 ਦੀ, ਮੈਂ ਉਦੋਂ 6ਵੀਂ ਕਲਾਸ 'ਚ ਸੀਗਾ। ਜੀ ਜੀ। ਤੇ ਉਦੋਂ ਚਿੱਠੀ ਲਿਖਦੇ ਹੁੰਦੇ ਸੀ ਆਦੇ ਮਾਪਿਓ ਨੂੰ। ਓਕੇ। ਉਹ ਚਿੱਠੀਆਂ ਸਾਨੂੰ ਸਿਖਾਈਆਂ ਵੀ ਉੱਥੇ ਟੀਚਰਾਂ ਨੇ ਵੀ ਕਿਵੇਂ ਲਿਖਣੀਆਂ। ਪਹਿਲਾਂ ਸ਼ੁਰੂ 'ਚ ਦਿਲ ਨਹੀਂ ਸੀ ਲੱਗਦਾ ਹੁੰਦਾ, ਕਈ ਵਾਰ ਉੱਤੇ ਹੰਝੂਆਂ ਦੀਆਂ ਫੋਟੋ ਬਣਾ ਦੇਣੀਆਂ, ਕਈ ਵਾਰ ਛੋਟੇ 6ਵੀਂ ਦਾ ਬੱਚਾ 10 ਸਾਲ ਦਾ ਸੀ ਜੀ ਮੈਂ ਉਦੋਂ, ਤੇ ਉਦੋਂ ਚਿੱਠੀਆਂ ਲਿਖਣੀਆਂ ਸਿੱਖੀਆਂ ਜੀ। ਆਪਦੀ ਭੈਣ ਨੂੰ, ਮੇਰੀਆਂ ਭੈਣਾਂ ਦੋਨੇ ਵਿਆਹੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਚਿੱਠੀਆਂ ਲਿਖਣੀਆਂ, ਫਿਰ ਉਹਨਾਂ ਵੱਲੋਂ ਚਿੱਠੀ ਆਉਣੀ। ਮਹੀਨੇ 'ਚ ਇੱਕ ਵਾਰ ਮਾਂ ਬਾਪ ਮਿਲਣ ਵੀ ਆਉਂਦੇ ਸੀ ਸਾਨੂੰ, ਪਰ ਉਹਦੇ ਦਰਮਿਆਨ ਅਸੀਂ ਘੱਟੋ ਘੱਟ 2-2 ਚਿੱਠੀਆਂ ਲਿਖ ਲੈਂਦੇ ਸੀ। ਜਿਸ ਦਿਨ ਉਹਨਾਂ ਨੇ ਮਿਲ ਕੇ ਜਾਣਾ, ਸਾਡਾ ਇੱਕ ਰੂਟੀਨ ਬਣਾਇਆ ਹੋਇਆ ਸੀਗਾ ਹੋਸਟਲ ਵਾਲਿਆਂ ਨੇ, ਉਹਨਾਂ ਨੇ ਸਕੂਲ ਵਾਲਿਆਂ ਨੇ, ਹਰ ਇੱਕ ਨੇ ਚਿੱਠੀ ਲਿਖਣੀ ਹੀ ਹੁੰਦੀ ਸੀ। ਆਪਦੇ ਹਾਊਸ ਮਾਸਟਰ ਨੂੰ ਤੁਸੀਂ ਚਿੱਠੀ ਜਮ੍ਹਾਂ ਕਰਾਉਣੀ ਹੁੰਦੀ ਸੀ, ਤੇ ਫਿਰ ਉਹ ਚਿੱਠੀਆਂ ਅੱਗੇ ਪੋਸਟ ਕਰਦੇ ਸੀ। ਉਹ ਨੀਲੇ ਰੰਗ ਦੀਆਂ ਜਿਹੜੀਆਂ ਇਨਲੈਂਡ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਤੇ ਬਹੁਤੀ ਵਾਰ ਸਾਨੂੰ ਉਹ ਇਨਲੈਂਡ ਟੀਚਰ ਖੁਦ ਖਰੀਦ ਕੇ ਦਿੰਦੇ ਹੁੰਦੇ ਸੀ। ਉਹਨਾਂ ਨੇ ਇਕੱਠੀਆਂ ਲੈ ਆਉਣੀਆਂ, ਆਪਦੇ ਹਾਊਸ ਦੇ ਬੱਚਿਆਂ ਨੂੰ ਵੰਡ ਦੇਣੀਆਂ, ਤੇ ਉਹਨਾਂ ਨੇ ਕਹਿਣਾ ਲਿਖ ਕੇ ਜਮ੍ਹਾਂ ਕਰਾਓ। ਇੱਕ ਤਰ੍ਹਾਂ ਦਾ ਉਹ ਹੋਮਵਰਕ ਕਹਿ ਲਓ ਉਹਨੂੰ, ਪਰ ਉਹਦਾ ਇੱਕ ਅਲੱਗ, ਜਦੋਂ ਘਰੋਂ ਆਉਂਦੀ ਨਾ ਚਿੱਠੀ, ਉਹਦਾ ਇੱਕ ਅਹਿਸਾਸ ਹੁੰਦਾ ਸੀ ਵੀ ਇਹਨੂੰ ਸਾਡੇ ਕਿਸੇ ਘਰ ਦੇ ਹੱਥ ਲੱਗੇ ਹੋਏ ਆ, ਉਹਦੇ ਹੱਥਾਂ ਨਾਲ ਇਹ ਲਿਖੀ ਹੋਈ ਹੈ। ਉਹ ਅਹਿਸਾਸ ਜਿਹੜਾ ਹੈਗਾ ਉਹ ਬੜਾ ਵਿਲੱਖਣ ਸੀਗਾ। ਬਿਲਕੁਲ ਜਤਿੰਦਰ ਜੀ, ਤੁਸੀਂ ਸਹੀ ਕਿਹਾ ਕਿ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ, ਤੁਸੀਂ ਤਾਂ ਇਹ ਖੁਦ ਹੰਡਾਇਆ ਹੈ ਕਿ ਤੁਸੀਂ ਖੁਦ ਉਹ ਚਿੱਠੀਆਂ ਲਿਖੀਆਂ ਬਹੁਤ। ਔਰ ਜਦੋਂ ਤੁਸੀਂ ਉਸ ਸਕੂਲ ਦੇ ਵਿੱਚ ਪੜ੍ਹਦੇ ਹੋ, ਕਿਵੇਂ ਉਡੀਕ ਹੁੰਦੀ ਹੈ ਚਿੱਠੀ ਆਉਣ ਦੀ। ਔਰ ਉਡੀਕ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਚਿੱਠੀਆਂ ਦੀ ਉਡੀਕ ਬਾਰੇ ਕਿੰਨੇ ਗੀਤ ਚਿੱਠੀਆਂ ਬਾਰੇ ਬਣੇ ਨੇ, ਚਿੱਠੀਆਂ ਦੀ ਉਡੀਕ ਕਿਵੇਂ ਕੀਤੀ ਜਾਂਦੀ ਸੀ। ਕਿੰਨੀ ਵਾਰੀ ਆਪਾਂ ਕਹਾਣੀਆਂ ਪੰਜਾਬੀ ਦੀਆਂ ਦੇ ਵਿੱਚ ਪੜ੍ਹਿਆ ਕਿ ਚਿੱਠੀ ਪੜ੍ਹਨੀ ਨਹੀਂ ਸੀ ਆਉਂਦੀ, ਪਿੰਡ ਦੇ ਵਿੱਚ ਇੱਕੋ ਹੀ ਬੰਦਾ ਹੁੰਦਾ ਸੀ ਜਿਹੜਾ ਸਾਰਿਆਂ ਨੂੰ ਚਿੱਠੀ ਪੜ੍ਹ ਕੇ ਸੁਣਾਉਂਦਾ ਸੀ। ਤੇ ਕਈ ਵਾਰੀ ਕਿਸੇ ਨੇ ਚਿੱਠੀ ਸੁਣ ਕੇ ਸ਼ਰਮਾ ਜਾਣਾ, ਕਿਸੇ ਨੇ ਚਿੱਠੀ ਸੁਣ ਕੇ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣੇ। ਬਹੁਤ ਵਾਰੀ ਅਜਿਹੀਆਂ ਗੱਲਾਂ ਚਿੱਠੀ ਦੇ ਵਿੱਚ ਲਿਖੀਆਂ ਜਾਂਦੀਆਂ ਸੀ, ਕੋਡ ਵਰਡਸ ਯੂਜ਼ ਕੀਤੇ ਜਾਂਦੇ ਸੀ ਕਿ ਪਤਾ ਹੁੰਦਾ ਸੀ ਕਿ ਦੂਜੇ ਬੰਦੇ ਨੇ ਪੜ੍ਹਨੀ ਹੈ, ਸੋ ਉਹ ਕੋਡ ਵਰਡਸ ਵੀ ਰੱਖੇ ਹੁੰਦੇ ਸੀ। ਸੋ ਜਿਹੜਾ ਚਿੱਠੀਆਂ ਦਾ ਮੈਨੂੰ ਲੱਗਦਾ ਸਿਲਸਿਲਾ ਹੈਗਾ, ਜਿਨ੍ਹਾਂ ਨੇ ਲਿਖੀਆਂ ਨੇ ਉਹ ਜ਼ਰੂਰ ਅੱਜ ਰਿਲੇਟ ਕਰ ਸਕਣਗੇ ਕਿ ਚਿੱਠੀਆਂ ਕਿਵੇਂ ਉਹਨਾਂ ਨੇ ਲਿਖੀਆਂ, ਕਿਵੇਂ ਉਹਨਾਂ ਨੂੰ ਉਡੀਕ ਰਹੀ ਚਿੱਠੀਆਂ ਦੀ। ਔਰ ਅਸੀਂ ਵੀ ਆਪਣੇ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਸੱਦਾ ਦੇ ਰਹੇ ਹਾਂ ਕਿ ਅੱਜ ਲੈਟਰ ਰਾਈਟਿੰਗ ਡੇ ਹੈਗਾ, ਕੰਟੈਸਟ ਅਸੀਂ ਕਰ ਰਹੇ ਹਾਂ, ਜਿਹਦੇ 'ਚ ਸੈਂਟਾ ਨੂੰ ਉਹ ਚਿੱਠੀ ਲਿਖ ਸਕਦੇ ਨੇ, ਤਾਂ ਕਿ ਇੱਕ ਛੋਟਾ ਜਿਹਾ ਉਪਰਾਲਾ ਹੈ ਕਿ ਕਿਸੇ ਤਰੀਕੇ ਦੇ ਨਾਲ ਉਹ ਬੱਚੇ ਜਿਹੜੇ ਅੱਜ ਦੀ ਜਨਰੇਸ਼ਨ ਦੇ ਨੇ, ਇਹਦੇ 'ਚ ਉਹ ਲਿਖ ਸਕਦੇ ਨੇ ਜਤਿੰਦਰ ਜੀ, ਜਿਹੜੇ 12 ਸਾਲ ਤੋਂ ਜਿਨ੍ਹਾਂ ਦੀ ਉਮਰ ਘੱਟ ਹੈ, ਸੋ ਉਹਨਾਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਵੀ ਲੈਟਰ ਕੀ ਹੁੰਦੀ ਹੈ। ਇਸ ਜ਼ਰੀਏ ਉਹ ਸਾਨੂੰ ਆਪਣੀਆਂ ਚਿੱਠੀਆਂ ਭੇਜ ਸਕਦੇ ਨੇ, ਅਸੀਂ ਪੜ੍ਹਾਂਗੇ ਆਉਂਦੇ ਦਿਨਾਂ ਦੇ ਵਿੱਚ ਰੋਸ਼ਨੀ ਪ੍ਰੋਗਰਾਮ ਦੇ ਵਿੱਚ। ਉਹਨਾਂ ਲਈ ਵੀ ਇੱਕ ਮੌਕਾ ਹੈਗਾ, ਮੈਂ ਅੱਗੇ ਜਾ ਕੇ ਇਹਦੇ ਬਾਰੇ ਅਨਾਊਂਸਮੈਂਟ ਵੀ ਦੱਸੂੰਗੀ। ਪਰ ਜਦੋਂ ਆਪਾਂ ਚਿੱਠੀਆਂ ਦਾ ਜ਼ਿਕਰ ਕਰਦੇ ਹਾਂ, ਉਸ ਤੋਂ ਬਾਅਦ SMS ਆਏ, ਟੈਕਸਟ ਮੈਸੇजेस ਆਏ, ਤਾਂ ਉਹ ਰੂਪ ਜਿਹੜਾ ਸੀ ਉਹ ਤਾਂ ਬਦਲ ਗਿਆ। ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਜਤਿੰਦਰ ਜੀ ਚਿੱਠੀ ਕੀ ਹੁੰਦੀ ਹੈ। ਆਪਾਂ ਕੱਲ ਵੀ ਜਦੋਂ ਆਫਿਸ ਦੇ ਵਿੱਚ ਗੱਲ ਕਰ ਰਹੇ ਸੀ, ਸਾਡੇ ਕੁਲੀਗ ਵੰਸ਼ਿਕਾ, ਉਹ ਕਹਿੰਦੇ ਕਿ ਮੈਂ ਇੱਕ ਵਾਰੀ ਆਪਣੇ ਆਪ ਨੂੰ ਚਿੱਠੀ ਲਿਖੀ ਸੀ, ਉਹ ਫੀਲ ਲੈਣ ਵਾਸਤੇ, ਯੈਸ, ਉਹ ਅਹਿਸਾਸ ਨੂੰ ਹੰਡਾਉਣ ਲਈ ਕਿ ਕਿਵੇਂ ਹੈ। ਮੈਂ ਆਪਣਾ ਐਡਰੈਸ ਲਿਖ ਕੇ ਆਪਣੇ ਆਪ ਨੂੰ ਉਹ ਚਿੱਠੀ ਪਾਈ।
ਮੈਂ ਜਦੋਂ ਆਪਣੀ ਗੱਲਬਾਤ ਚੱਲ ਰਹੀ ਸੀ ਆਪਣੇ ਇਸ ਪ੍ਰੋਗਰਾਮ ਦੇ ਬਾਰੇ ਦੇ ਵਿੱਚ, ਤਾਂ ਮੇਰੀ ਵੀ ਥੋੜੀ ਜਿਗਿਆਸਾ ਜਾਗੀ ਵੀ ਇਹਦਾ ਇਤਿਹਾਸ ਜਿੰਨਾ ਕੁ ਆਪਾਂ ਨੂੰ ਪਤਾ ਉਹੀ ਪਤਾ ਹੈ, ਲੇਕਿਨ ਇਸ ਤੋਂ ਪਿੱਛੇ ਵੀ ਕੁਝ ਹੋਊਗਾ। ਤਾਂ ਜੇ ਥੋੜਾ ਜਿਹਾ ਇਹਦੇ ਇਤਿਹਾਸ ਤੇ ਝਾਤ ਮਾਰੀਏ ਨਾ, ਵੈਸੇ ਤਾਂ ਇਹਦਾ ਜ਼ਿਕਰ ਜਿਹੜਾ ਹੈਗਾ 2000 ਈਸਾ ਪੂਰਵ ਤੋਂ ਵੀ ਪਹਿਲਾਂ ਦਾ ਆਉਂਦਾ ਵੀ ਚਿੱਠੀਆਂ ਦਾ ਚੱਲਣ ਸੀਗਾ, ਪਰ ਉਹ ਜਿਹੜੇ ਐਮਪਰਰ ਸੀਗੇ, ਜਿਹੜੇ ਕੋਈ ਰਾਜੇ ਮਹਾਰਾਜੇ ਸੀ, ਉਹ ਸਿੱਧਾ ਆਪਣਾ ਜਿਹੜਾ ਜਿਵੇਂ ਉਹਨਾਂ ਦੇ ਹੁੰਦੇ ਸੀਗੇ ਮੈਸੇਂਜਰ ਹੁੰਦੇ ਸੀਗੇ, ਉਹਨਾਂ ਨੂੰ ਰੁਕੇ ਦੇ ਕੇ ਭੇਜਦੇ ਹੁੰਦੇ ਸੀ। ਲੇਕਿਨ ਇੱਕ ਜਿਹੜੀ ਪਹਿਲੀ ਚਿੱਠੀ ਜਿਹੜੀ ਇਤਿਹਾਸ 'ਚ ਮੰਨੀ ਜਾਂਦੀ ਆ, ਉਹ ਪਰਸ਼ੀਅਨ ਕੁਈਨ ਹੋਈ ਆ ਐਟੋਸਾ, 500 BC ਪਹਿਲਾਂ। ਮੈਂ ਕਿਤੇ ਪੜ੍ਹਿਆ ਹੈ ਕਿ ਪਹਿਲੀ ਚਿੱਠੀ ਜਿਹੜੀ ਫਾਰਮਲੀ ਮੰਨਿਆ ਜਾਂਦਾ ਹੈ ਵੀ ਉਹਨਾਂ ਵੱਲੋਂ ਲਿਖੀ ਗਈ ਸੀਗੀ, ਈਸਾ ਤੋਂ ਵੀ 500 ਸਾਲ ਪਹਿਲਾਂ। ਫਿਰ ਚਿੱਠੀਆਂ ਦਾ ਤਾਂ ਬੜਾ ਇਤਿਹਾਸ ਹੈ ਜੀ, ਬਹੁਤ ਸਾਰੀਆਂ ਚਿੱਠੀਆਂ ਇਤਿਹਾਸ 'ਚ ਇਦਾਂ ਦੀਆਂ ਜਿਨ੍ਹਾਂ ਨੇ ਇਤਿਹਾਸ ਦੇ ਰੁੱਖ ਬਦਲਤੇ। ਜੇ ਆਪਾਂ ਇੱਥੇ ਸਰਚ ਕਰੀਏ ਤਾਂ ਬੜਾ ਕੁਝ ਮਿਲੂਗਾ। ਇਹਦੇ ਵਿੱਚੋਂ ਮੈਂ ਇੱਕ ਚਿੱਠੀ ਜਿਹੜੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਣੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀਗੀ, ਜ਼ਫਰਨਾਮਾ, ਤੇ ਔਰੰਗਜ਼ੇਬ ਕਹਿੰਦੇ ਪੜ੍ਹ ਕੇ ਫਿਰ ਮੰਜੇ ਤੋਂ ਉੱਠਿਆ ਨਹੀਂ ਸੀ। ਉਹ ਵੀ ਇੱਕ ਚਿੱਠੀ ਸੀ। ਚਿੱਠੀਆਂ ਦਾ ਜਿਹੜਾ ਹੈਗਾ ਇਹਦਾ ਬਹੁਤ ਗਹਿਰਾਈ, ਬੜਾ ਹੀ ਇਹਦਾ ਵਾਈਡ ਸਪੈਕਟਰਮ ਹੈ। ਅਸੀਂ ਇਮੈਜਿਨ ਨਹੀਂ ਕਰ ਸਕਦੇ ਚਿੱਠੀ ਕਿਹਨੂੰ, ਕਿੱਥੋਂ, ਕਿਸ ਭਾਵ ਨਾਲ, ਤੇ ਉਹ ਕੀ ਅਸਰ ਛੱਡ ਸਕਦੀ ਹੈ। ਔਰ ਕਈ ਵਾਰੀ ਤੁਸੀਂ ਕੱਲ ਵੀ ਜਿਵੇਂ ਜਤਿੰਦਰ ਜੀ ਜ਼ਿਕਰ ਕਰ ਰਹੇ ਸੀ ਕਿ ਕਈ ਵਾਰੀ ਚਿੱਠੀਆਂ ਕਈ ਸਾਲਾਂ ਬਾਅਦ ਮਿਲਦੀਆਂ ਸੀ। ਹਾਂ, ਇਹ ਵੀ ਇੱਕ ਬੜਾ ਮਤਲਬ ਕਈ ਵਾਰ ਇਹ ਹਾਸੋਹੀਣਾ ਵੀ ਬਣਿਆ ਹੈਗਾ, ਇਹਦੇ ਤੇ ਕਈ ਵਾਰ ਮਜ਼ਾਕ ਵੀ ਹੁੰਦੇ ਰਹੇ ਆ। ਕਈ ਵਾਰ ਆਪਾਂ ਪੋਸਟਲ ਡਿਪਾਰਟਮੈਂਟ ਦੀ ਇਹਦੇ ਬਾਰੇ 'ਚ ਫਜ਼ੀਹਤ ਹੁੰਦੀ ਵੀ ਆਪਾਂ ਖਾਸ ਕਰ ਇੰਡੀਆ ਦੇ ਵਿੱਚ ਆਪਾਂ ਸੁਣਦੇ ਰਹੇ ਹਾਂ। ਇੱਕ ਵਾਰ ਮੈਂ ਅਖਬਾਰ 'ਚ ਖਬਰ ਪੜ੍ਹੀ ਸੀ, ਕੋਈ ਵਰਲਡ ਵਾਰ ਵੇਲੇ ਦੀ ਲਿਖੀ ਹੋਈ ਚਿੱਠੀ, ਉਹ ਪਤਾ ਨਹੀਂ ਕਿੰਨੇ 50 ਸਾਲ ਬਾਅਦ ਕਿਸੇ ਦੇ ਘਰ ਪਹੁੰਚੀ। ਤੇ ਪਰ ਤੁਸੀਂ ਇਹ ਦੇਖੋਗੇ ਜਦੋਂ 50 ਸਾਲ ਬਾਅਦ ਉਹ ਚਿੱਠੀ ਆਈ ਹੋਊਗੀ ਤਾਂ ਉਹਨੇ ਵੀ ਇੱਕ ਖੁਸ਼ੀ ਤਾਂ ਦਿੱਤੀ ਹੋਣੀ ਹੈ। ਪਰ ਇਹ ਨਹੀਂ ਪਤਾ ਕਿ ਕਿਹਨੂੰ ਮਿਲੀ, ਕਿਹਦੇ ਲਈ ਲਿਖੀ ਗਈ ਸੀ, ਪਤਾ ਨਹੀਂ ਉਹ ਇਨਸਾਨ ਉਸ ਟਾਈਮ ਸੀ ਨਹੀਂ ਸੀ, ਕਿਹਨੂੰ ਉਹ ਚਿੱਠੀ ਮਿਲੀ। ਸੋ ਬੜਾ ਕੁਝ ਹੁੰਦਾ ਜੀ ਚਿੱਠੀਆਂ ਦੇ ਵਿੱਚ। ਤਾਂ ਜੇ ਆਪਾਂ ਫਰੋਲ ਕੇ ਦੇਖੀਏ, ਕਦੇ ਮੈਂ ਆਪਣੇ ਡੈਡ ਨੂੰ ਹੀ ਕਦੇ ਦੇਖਦੀ ਹੁੰਦੀ ਹਾਂ ਜਤਿੰਦਰ ਜੀ, ਕਈ ਵਾਰੀ ਉਹ ਆਪਣਾ ਉਹ ਪਟਾਰਾ ਜਿਹਾ ਖੋਲ ਕੇ ਬਹਿ ਜਾਂਦੇ ਨੇ ਜਿਹਦੇ 'ਚ ਪੁਰਾਣੀਆਂ ਚਿੱਠੀਆਂ ਨੇ, ਕੁਝ ਪੋਲੀਟੀਸ਼ੀਅਨਸ ਨੂੰ ਲਿਖੀਆਂ ਹੋਈਆਂ, ਕੁਝ ਆਪਣੇ ਕੁਲੀਗਸ ਨੂੰ ਲਿਖੀਆਂ ਹੋਈਆਂ, ਕੁਝ ਕਿਸੇ ਨੂੰ ਲਿਖੀਆਂ। ਅਸੀਂ ਉਹਨਾਂ ਨੂੰ ਹੱਸਦੇ ਹੁੰਦੇ ਹਾਂ ਵੀ ਹੁਣ ਇਹਨਾਂ 'ਚ ਤੁਹਾਨੂੰ ਕੀ ਲੱਭਣਾ। ਉਹ ਕਹਿੰਦੇ ਤੁਸੀਂ ਨਹੀਂ ਸੋਚ ਸਕਦੇ ਕਿ ਇਹਦੇ ਵਿੱਚ ਕੀ ਹੈ, ਮੈਨੂੰ ਪਤਾ ਹੈ, ਮੇਰੇ ਅਹਿਸਾਸ ਨੇ ਇਹਦੇ ਵਿੱਚ। ਅਸੀਂ ਜੇ ਆਪਣਾ ਈਮੇਲ ਦਾ ਪੁਰਾਣਾ ਮੇਲ ਬਾਕਸ ਖੋਲ ਕੇ ਦੇਖਣ ਲੱਗ ਪਈਏ, ਉਹ ਅਹਿਸਾਸ ਨਹੀਂ ਆਉਣਾ। ਮੇਰੇ ਕੋਲੇ ਬਹੁਤ ਦੇਰ ਤੱਕ ਜਿਹੜੀਆਂ ਮੈਂ ਆਪਦੇ ਮਾਂ-ਬਾਪ ਨੂੰ ਚਿੱਠੀਆਂ ਮੈਨੂੰ ਆਉਂਦੀਆਂ ਹੁੰਦੀਆਂ ਸੀਗੀਆਂ, ਉਹ ਮੈਂ ਇੱਕ ਨਾ ਉਹ ਪੋਲੀਥੀਨ ਦਾ ਲਿਫਾਫਾ ਲਾਇਆ ਹੁੰਦਾ ਸੀ ਵੀ ਉਹ ਖਰਾਬ ਨਾ ਹੋਣ, ਮੈਂ ਉਹਦੇ 'ਚ ਪਾਉਂਦਾ ਰਿਹਾ। ਮੇਰੀ ਭੈਣ ਮੈਨੂੰ ਰੱਖੜੀ ਦੇ ਨਾਲ ਚਿੱਠੀ ਲਿਖ ਕੇ ਭੇਜਦੀ ਹੁੰਦੀ ਸੀਗੀ। ਮੈਂ ਉਹ ਚਿੱਠੀਆਂ ਜਿਹੜੇ ਆਪਣੇ ਜਿਵੇਂ ਸਰਟੀਫਿਕੇਟਾਂ ਵਾਲੀ ਇੱਕ ਫਾਈਲ ਨਹੀਂ ਹੁੰਦੀ ਜਿਹਦੇ ਵਿੱਚ ਉਹ ਲੱਗੇ ਹੁੰਦੇ ਆ ਲੈਮੀਨੇਸ਼ਨ ਵਾਲੇ, ਮੈਂ ਉਹਨਾਂ ਵਿੱਚ ਪਾ ਕੇ ਰੱਖਦਾ ਰਿਹਾ। ਉਹ ਚਿੱਠੀਆਂ ਦੀ ਕੀਮਤ ਬਹੁਤ ਜਿਹੜੀ ਜ਼ਿਆਦਾ ਹੁੰਦੀ ਸੀ, ਭਾਵੁਕ ਹੁੰਦੀ ਸੀ। ਮੈਨੂੰ ਜਤਿੰਦਰ ਜੀ ਪਾਤਰ ਸਾਹਿਬ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ, ਇਸ ਨਗਰੀ ਮੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲਹਿੰਦੀ ਏ, ਮੈਨੂੰ ਰੋਜ਼ ਉਡੀਕ ਖਤਾਂ ਦੀ, ਸਿਖਰ ਦੁਪਹਿਰੇ ਰਹਿੰਦੀ ਏ। ਸੋ ਉਹ ਖਤਾਂ ਦੀ ਉਡੀਕ ਤਾਂ ਅੱਜ ਵੀ ਹੈਗੀ ਹੈ। ਜਿਹੜੇ ਖੱਤ ਅਸੀਂ ਲਿਖੇ ਨੇ ਜਾਂ ਜਿਹੜੇ ਖੱਤ ਸਾਡੇ ਸੁਣਨ ਵਾਲਿਆਂ ਨੇ ਲਿਖੇ ਨੇ, ਕਿਤੇ ਨਾ ਕਿਤੇ ਦਿਲ ਦੇ ਵਿੱਚ ਇੱਕ ਨਾ ਕਸ਼ਿਸ਼ ਜ਼ਰੂਰ ਰਹਿੰਦੀ ਹੈ, ਜਿਹਨੂੰ ਉਡੀਕ ਹੁੰਦੀ ਹੈ ਨਾ ਕਿਸੇ ਦੇ ਖੱਤ ਆਉਣ ਦੀ। ਬਹੁਤ ਸਾਰੇ ਜਤਿੰਦਰ ਜੀ ਐਸੇ ਵੀ ਸੁਣਨ ਵਾਲੇ ਹੋਣਗੇ ਜਿਨ੍ਹਾਂ ਨੂੰ ਕਦੇ ਨਾ ਕਦੇ ਉਡੀਕ ਸੀ ਵੀ ਉਹ ਇਨਸਾਨ ਮੈਨੂੰ ਖੱਤ ਲਿਖੇ, ਪਰ ਉਹ ਅੱਜ ਤੱਕ ਖੱਤ ਮਿਲਿਆ ਨਹੀਂ। ਮੈਨੂੰ ਲੱਗਦਾ ਉਡੀਕ ਕਦੇ ਖਤਮ ਤਾਂ ਨਹੀਂ ਹੁੰਦੀ ਜੀ। ਖਤਾਂ ਦੀਆਂ ਬੜੀਆਂ ਕਿਸਮਾਂ ਹੁੰਦੀਆਂ ਸੀ ਜੀ। ਕਿਸੇ ਖਤ ਨੂੰ ਦੇਖ ਕੇ ਦੂਰੋਂ ਹੀ ਡਾਕੀ ਦੇ ਹੱਥ 'ਚ ਵੇਖ ਕੇ ਚਿਹਰਾ ਖਿੜ ਜਾਂਦਾ ਸੀ, ਤੇ ਕਿਸੇ ਖਤ ਨੂੰ ਵੇਖ ਕੇ ਬੰਦੇ ਨੂੰ ਤਰੇਲੀ ਆ ਜਾਂਦੀ ਸੀ ਵੀ ਸੁੱਖ ਹੋਵੇ। ਇੱਕ ਤਾਰ ਹੁੰਦੀ ਸੀਗੀ, ਤਾਰ ਆਮ ਕਰਕੇ ਹਮੇਸ਼ਾ ਲੋਕ ਕਹਿੰਦੇ ਹੁੰਦੇ ਸੀ ਵੀ ਭਾਈ ਤਾਰ ਆਈ ਹੈ ਤਾਂ ਮਤਲਬ ਕੁਝ ਸੁੱਖ ਹੀ ਹੋਵੇ, ਮਾੜਾ ਹੋਊਗਾ ਕੁਝ। ਇੱਕ ਬਰੰਗ ਚਿੱਠੀ ਹੁੰਦੀ ਸੀ, ਬਰੰਗ ਚਿੱਠੀ ਨੂੰ ਵੀ ਮਾੜਾ ਮੰਨਿਆ ਜਾਂਦਾ ਸੀ। ਆਪਾਂ ਹੁਣ ਵੀ ਕਹਿ ਦਿੰਦੇ ਆ ਮੋੜਤਾ ਫਲਾਨਾ ਬਰੰਗ ਚਿੱਠੀ ਵਾਂਗੂ। ਤੇ ਇੱਕ ਪੋਸਟ ਕਾਰਡ ਹੁੰਦਾ ਸੀਗਾ, ਜੇ ਕਿਸੇ ਨੇ ਥੋੜਾ ਗੱਲ ਲਿਖਣੀ ਹੈ, ਜੇ ਕਿਸੇ ਨੇ ਛੁਪਾ ਕੇ ਕੋਈ ਆਪਣਾ ਘਰ ਵਾਲੇ ਨੂੰ ਚਿੱਠੀ ਲਿਖਦੀ ਹੈ, ਜਾਂ ਕਿਸੇ ਨੇ ਥੋੜਾ ਜਿਹਾ ਲੰਬਾ ਮੈਟਰ ਲਿਖਣਾ ਹੈ, ਉਹ ਇੱਕ ਇਨਲੈਂਡ ਨੀਲੇ ਰੰਗ ਦੇ ਹੁੰਦੇ ਸੀ, ਉਹ ਲਿਖਦੇ ਸੀ। ਫਿਰ ਜੇ ਕਿਸੇ ਨੇ ਵੱਧ ਮੈਟਰ ਲਿਖਣਾ ਤਾਂ ਉਹ ਲਿਫਾਫੇ 'ਚ ਪਾਉਂਦੇ ਸੀ। ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਅੱਜ ਕੱਲ੍ਹ ਤਾਂ ਈਮੇਲ ਤੇ ਹੋਰ, ਆਪਾਂ ਇਹ ਬਿਲਕੁਲ ਨਹੀਂ ਕਰ ਸਕਦੇ ਕਿ ਆਪਾਂ ਪਿੱਛੇ ਨੂੰ ਮੁੜੀਏ, ਇਹ ਕਦੇ ਨਹੀਂ ਹੋ ਸਕਦਾ। ਹੁਣ ਘੋੜੇ ਸੀ ਕਿਸੇ ਵੇਲੇ, ਟਾਂਗੇ ਸੀਗੇ, ਬੋਤੇ ਸੀ, ਲੇਕਿਨ ਹੁਣ ਆਪਾਂ ਕਾਰਾਂ ਤੋਂ ਛੱਡ ਕੇ ਆਪਾਂ ਕਹੀਏ ਦੁਬਾਰਾ ਘੋੜਿਆਂ ਤੇ ਆ ਜਾਈਏ, ਸੰਭਵ ਨਹੀਂ ਹੈਗਾ। ਉਵੇਂ ਹੀ ਅੱਜ ਆਪਾਂ ਈਮੇਲ ਟੈਕਸਟ ਤੋਂ ਛੱਡ ਕੇ ਵਾਪਸ ਚਿੱਠੀਆਂ ਲਿਖਣ ਵੱਲ ਨਹੀਂ ਜਾ ਸਕਦੇ। ਪਰ ਆਪਾਂ ਮੇਲਿਆਂ ਤੇ ਜਾਂਦੇ ਆ, ਆਪਾਂ ਊਠ ਦੀ ਸਵਾਰੀ ਕਰਕੇ ਵੇਖਦੇ ਆ ਨਾ, ਆਪਣੇ ਬੱਚੇ ਟਾਂਗੇ ਤੇ ਚੜ੍ਹ ਕੇ ਖੁਸ਼ ਹੁੰਦੇ ਆ ਨਾ, ਤਾਂ ਰੈਡ ਐਫਐਮ ਦਾ ਜਿਹੜਾ ਇਹ ਚਿੱਠੀ ਲਿਖਾਉਣ ਦਾ ਇੱਕ ਮੈਨੂੰ ਲੱਗਿਆ ਨਾ ਸਿਲਸਿਲਾ, ਇਹ ਮੈਨੂੰ ਬਹੁਤ ਵਧੀਆ ਲੱਗਿਆ। ਇਹ ਉਸੇ ਤਰ੍ਹਾਂ ਜਿਵੇਂ ਮੇਲੇ 'ਚ ਜਾ ਕੇ ਆਪਾਂ ਟਾਂਗੇ ਦਾ ਅਹਿਸਾਸ ਲੈਂਦੇ ਆ, ਇਹ ਚਿੱਠੀ ਲਿਖ ਕੇ, ਕਿਉਂਕਿ ਆਪਾਂ ਕਮਰਸ਼ੀਅਲ ਚਿੱਠੀਆਂ ਤਾਂ ਲੋਕ ਲਿਖਦੇ ਆ, ਅੱਜ ਕੱਲ੍ਹ ਵੀ ਲਿਖਦੇ ਆ, ਆਇਲਸ ਦੇ ਵਿੱਚ ਸਾਰੇ ਬੱਚੇ ਚਿੱਠੀ ਲਿਖਦੇ ਆ, ਪਰ ਉਹ ਪ੍ਰੋਫੈਸ਼ਨਲ ਰਾਈਟਿੰਗ ਹੈ, ਜਿਹੜੀ ਭਾਵਨਾਵਾਂ
ਇੱਕ ਪ੍ਰੇਮਿਕਾ ਦੀ ਪ੍ਰੇਮੀ ਨੂੰ ਚਿੱਠੀ, ਇੱਕ ਪਤਨੀ ਦੀ ਆਪਦੇ ਪਤੀ ਨੂੰ, ਇੱਕ ਭੈਣ ਦੀ ਭਰਾ ਨੂੰ, ਇੱਕ ਮਾਂ ਦੀ ਆਪਦੇ ਵਿਦੇਸ਼ ਗਏ ਪੁੱਤ ਨੂੰ ਜਿਹੜੀ ਚਿੱਠੀ ਹੈ, ਉਹ ਅਹਿਸਾਸ ਉਹਨਾਂ 'ਚ ਨਹੀਂ ਆਉਂਦਾ। ਨਹੀਂ ਹੋ ਸਕਦਾ। ਤੇ ਜਿਹੜੀਆਂ ਇਹ ਗੱਲਾਂ ਲਿਖੀਆਂ ਜਾਂਦੀਆਂ ਸੀ ਵੀ ਮੱਝ ਨੇ ਕੱਟਾ ਦੇਤਾ, ਫਲਾਣੀ ਚੀਜ਼ ਹੋ ਗਈ, ਉਹ ਪਰਿਵਾਰ ਦੇ ਮੈਂਬਰ ਹੁੰਦੇ ਸੀ ਜੀ, ਉਹ ਪਰਿਵਾਰ ਦੇ ਮੈਂਬਰ ਹੁੰਦੇ ਸੀਗੇ। ਜਿਹੜੀਆਂ ਮੱਝਾਂ ਗਾਵਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਹੈ ਤਾਂ ਉਹ ਪਰਿਵਾਰ ਦਾ ਮੈਂਬਰ ਹੁੰਦੀਆਂ ਜੀ, ਉਹਨਾਂ ਦਾ ਹਾਲ ਚਾਲ ਵੀ ਨਾਲ ਪੁੱਛਿਆ ਜਾਂਦਾ, ਦੱਸਿਆ ਜਾਂਦਾ ਸੀ। ਔਰ ਆਮ ਤੌਰ ਤੇ ਅਜਿਹੀਆਂ ਚਿੱਠੀਆਂ ਅਸੀਂ, ਚਲੋ ਜਿਹੜੀਆਂ ਚਿੱਠੀਆਂ ਮੈਂ ਜਾਂ ਤੁਸੀਂ ਲਿਖੀਆਂ ਸ਼ਾਇਦ ਅਸੀਂ ਇਹ ਗੱਲਾਂ ਲਿਖੀਆਂ ਨਹੀਂ, ਪਰ ਜਿਹੜੀਆਂ ਚਿੱਠੀਆਂ ਅਸੀਂ ਪੜ੍ਹੀਆਂ ਨੇ, ਕਿਤਾਬਾਂ ਦੇ ਵਿੱਚ ਪੜ੍ਹੀਆਂ, ਉਹਨਾਂ ਚਿੱਠੀਆਂ ਦਾ ਜ਼ਿਕਰ ਪੜ੍ਹਿਆ, ਉਹਨਾਂ 'ਚ ਇਹ ਗੱਲਾਂ ਜ਼ਰੂਰ ਪੜ੍ਹੀਆਂ ਹੋਈਆਂ। ਪੁਰਾਣੀਆਂ ਕਈ ਚਿੱਠੀਆਂ ਦੇ ਸੰਗ੍ਰਹਿ ਛਪੇ ਹੋਏ ਆ ਜੀ, ਭਗਤ ਸਿੰਘ ਦੀਆਂ ਚਿੱਠੀਆਂ ਦਾ ਸੰਗ੍ਰਹਿ ਹੈਗਾ, ਹੋਰ ਬਥੇਰੇ ਸਾਹਿਤਕਾਰਾਂ ਦੀਆਂ ਚਿੱਠੀਆਂ ਦਾ। ਤੇ ਨਵੀਂ ਜਨਰੇਸ਼ਨ ਨੂੰ ਮੇਰੇ ਖਿਆਲ ਜੇ ਉਹ ਕਿਤਾਬਾਂ ਲੱਭਣ ਲਾਇਬ੍ਰੇਰੀਆਂ ਦੇ ਵਿੱਚੋਂ ਪੜ੍ਹਨ ਤਾਂ ਉਹਨਾਂ ਨੂੰ ਸ਼ਾਇਦ ਉਸ ਅਹਿਸਾਸ ਦੇ ਵਿੱਚੋਂ ਦੀ ਲੰਘਣ ਦਾ ਮੌਕਾ ਮਿਲੇ। ਬਲਜਿੰਦਰ ਸਿੰਘ ਅਟਵਾਲ ਜੀ ਵੀ ਸ਼ਾਮਲ ਹੋਏ ਨੇ, ਕਿਉਂਕਿ ਮਿਸਟਰ ਅਟਵਾਲ ਤੁਹਾਡੀ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ-ਬਹੁਤ। ਬਹੁਤ ਧੰਨਵਾਦ ਜੀ। ਮੈਂ ਪ੍ਰੋਗਰਾਮ ਸੁਣ ਰਿਹਾ ਸੀ, ਆਪਣੇ ਰੂਮ 'ਚ ਬੈਠਾ ਕੰਮ ਕਰ ਰਿਹਾ ਸੀਗਾ, ਪਰ ਰਿਹਾ ਨਹੀਂ ਗਿਆ ਤੇ ਮੈਂ ਕਿਹਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ। ਜਿਸ ਤਰ੍ਹਾਂ ਭਾਈ ਸਾਹਿਬ ਹੁਣੀ ਪਹਿਲਾਂ ਵੀ ਕਹਿ ਕੇ ਗਏ ਆ ਕਿ 50-55 ਸਾਲ ਪਹਿਲਾਂ ਦੀਆਂ ਲਿਖੀਆਂ ਚਿੱਠੀਆਂ, ਉਹ ਐਡਰੈਸ ਜਿਹੜੇ ਆ ਇੰਗਲੈਂਡ ਦੇ ਅਜੇ ਤੱਕ ਯਾਦ ਆ। ਸਾਡੇ ਡੈਡੀ ਹੁਣੀ ਵੀ ਜਿਹੜੀਆਂ ਚਿੱਠੀਆਂ ਲਿਖਦੇ ਰਹੇ ਇੰਗਲੈਂਡ ਨੂੰ, ਸਾਡੇ ਉਹ ਆਪਣੇ ਚਾਚਾ ਜੀ ਨੂੰ, ਸਾਡੇ ਛੋਟੇ ਬਾਬਾ ਜੀ ਨੂੰ। ਔਰ ਫਿਰ ਉਸ ਤੋਂ ਬਾਅਦ ਇੱਥੇ ਜਦੋਂ 70s ਦਾ ਯੁੱਗ ਚੱਲਦਾ, ਸਾਡੇ ਮਾਮੇ ਹੁਣੀ ਇੱਧਰ ਆਏ ਆ ਤੇ ਉਹ ਅੱਜ ਤੱਕ ਫਿਰ ਮੈਂ ਚਿੱਠੀਆਂ ਲਿਖਦਾ ਰਿਹਾ 70s ਦੇ ਵਿੱਚ। ਮੈਨੂੰ ਅਜੇ ਤੱਕ ਸਾਰੇ ਜਿੱਥੇ ਵੀ, ਫਿਰ ਬਾਅਦ ਦੇ ਵਿੱਚ ਸਾਡੇ ਸਿਸਟਰ ਹੁਣੀ ਆਏ ਆ, ਜਿਹੜੇ ਘਰ ਵੀ ਉਹ ਰਹੇ ਆ, ਸਾਰੇ ਐਡਰੈਸ ਯਾਦ, ਚਿੱਠੀਆਂ ਲਿਖੀਆਂ ਉਹ ਅੱਜ ਤੱਕ ਸਾਰੇ ਯਾਦ ਹੈਗੇ। ਔਰ ਤੁਸੀਂ ਨਾ ਕੁਝ ਚਿੱਠੀਆਂ ਲੈ ਕੇ ਵੀ ਆਇਓ। ਬਿਲਕੁਲ ਜੀ, ਇਹ ਆਪਣੀਆਂ ਉੱਥੇ ਦੀਆਂ ਇੰਡੀਆ ਦੀਆਂ ਚਿੱਠੀਆਂ ਹੈਗੀਆਂ ਜੀ, ਆ ਸਨ 65 ਦੀਆਂ ਚਿੱਠੀਆਂ। ਤੇ ਆ ਪੋਸਟ ਕਾਰਡ ਇਸ ਤਰ੍ਹਾਂ ਦੇ ਹੁੰਦੇ ਸੀ, ਕੈਮਰੇ ਤੇ ਸ਼ਾਇਦ ਸਾਡੇ ਸੁਣਨ ਵਾਲੇ ਦੇਖ ਸਕਦੇ ਹੋਣ। ਤੇ ਆ ਦੂਸਰੇ ਪਾਸੇ ਇਹ ਖੁੱਲਾ ਹੁੰਦਾ ਸੀ ਪੋਸਟ ਕਾਰਡ, ਹਾਰਡ ਪੇਪਰ ਦੇ ਉੱਤੇ। ਤੇ ਇੱਕ ਹੁੰਦਾ ਸੀ ਲਿਫਾਫਾ ਜਿਹਨੂੰ ਕਹਿੰਦੇ ਹੁੰਦੇ ਸੀ, ਇਹ ਬੰਦ ਚਿੱਠੀ ਹੁੰਦੀ ਸੀ। ਸੋ ਇਹਦੇ ਵਿੱਚ ਜਿਹੜਾ ਆ ਚਿੱਠੀ ਦੇ ਵਿੱਚ ਸਾਰਾ ਮੈਟਰ ਲਿਖਿਆ ਹੁੰਦਾ ਸੀ ਤੇ ਇਹ ਫਿਰ ਬੰਦ ਹੋ ਜਾਂਦਾ ਸੀ ਤੇ ਮਤਲਬ ਚਿੱਠੀ ਕੋਈ ਦੂਸਰਾ ਖੋਲੇ ਤੋਂ ਬਿਨਾਂ ਪੜ੍ਹ ਨਹੀਂ ਸੀ ਸਕਦਾ। ਹਾਂਜੀ, ਇਹ ਜਿਹੜੀਆਂ ਚਿੱਠੀਆਂ ਮੈਂ ਫੋਟੋ ਕਾਪੀਆਂ ਦਿਖਾ ਰਿਹਾ, ਇਹ ਇਤਿਹਾਸਿਕ ਚਿੱਠੀਆਂ ਜੀ। ਇਹ ਸਨ 65 ਦੀਆਂ ਸਾਡੇ ਪੰਜਾਬ ਦੇ ਬਹੁਤ ਹੀ ਨਾਮਵਰ ਅਤੇ ਲੈਜੈਂਡ ਜਿਹੜੇ ਰਾਈਟਰ ਹੋਏ ਆ, ਨੰਦ ਲਾਲ ਨੂਰਪੁਰੀ ਜੀ। ਸੋ ਉਹਨਾਂ ਦੀਆਂ ਚਿੱਠੀਆਂ ਆਖਰੀ ਦਿਨਾਂ ਦੀਆਂ। ਸਾਰਿਆਂ ਨੂੰ ਪਤਾ ਸਾਡੇ ਵੇਖਣ ਸੁਣਨ ਵਾਲਿਆਂ ਨੂੰ ਕਿ ਬੜਾ ਦੁਖਾਂਤ ਹੋਇਆ ਸੀ, ਗਰੀਬੀ ਦੇ ਵਿੱਚ ਰਹੇ, ਬਹੁਤ ਇਮਾਨਦਾਰ ਆਫੀਸਰ ਸੀ ਪੁਲਿਸ ਦੇ ਵਿੱਚ, ਪਰ ਜਿਹੜਾ ਸੀ ਉਸ ਸਮੇਂ ਦੇ ਸਿਸਟਮ ਦੇ ਨਾਲ ਨਹੀਂ ਲੜ ਸਕੇ, ਰਿਸ਼ਵਤ ਨਹੀਂ ਸੀ ਲੈਂਦੇ, ਉਹ ਫਿਰ ਆਖਰ ਜਿਹੜੀ ਆਪਣੀ ਸਰਵਿਸ ਛੱਡ ਕੇ ਆ ਗਏ ਸੀ। ਤੇ ਪਰ ਗਰੀਬੀ ਦੇ ਨਾਲ, ਔਰ ਉਹਨਾਂ ਦੇ ਗੀਤ ਦੇਖੋ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਉਹਨਾਂ ਦੇ ਚੁੰਮ ਚੁੰਮ ਰੱਖੋ ਨੀ, ਕਲਗੀ ਜੁਝਾਰ ਦੀ, ਤੇ ਹੋਰ ਲੋਕ ਗੀਤ ਬਣ ਗਏ ਉਹ। ਪਰ ਕਿਸੇ ਨੇ ਬਾਤ ਨਹੀਂ ਜੀ ਪੁੱਛੀ। ਦੁਆ ਦੇ ਵਾਸਤੇ ਪੈਸਾ ਨਹੀਂ ਸੀ ਹੁੰਦਾ ਤੇ ਉਹਨਾਂ ਦੇ ਪਾਸ ਜਿਹੜਾ ਆ ਖਾਣੇ ਦੇ ਵਾਸਤੇ, ਪਰਿਵਾਰ ਦੇ ਵਾਸਤੇ ਆਟਾ ਵੀ ਨਹੀਂ ਸੀ ਹੁੰਦਾ। ਜਦੋਂ ਕੋਈ ਸਨਮਾਨ ਦੇਣ ਦੇ ਵਾਸਤੇ ਕੋਈ ਤਖਤੀ ਲੈ ਆਉਂਦਾ ਸੀ, ਜਾਂ ਫਿਰ ਇੱਕ ਵਾਰੀ ਕੋਈ ਆਇਆ ਉਹ ਕੇਲੇ ਲੈ ਆਇਆ, ਲਿਫਾਫੇ ਦੇ ਵਿੱਚ ਕੇਲੇ ਲੈ ਕੇ ਆਇਆ, ਤਾਂ ਫਿਰ ਉਹਨਾਂ ਨੇ ਉਹਦੇ ਉੱਤੇ ਮਤਲਬ ਇੱਕ ਕਿਸਮ ਦਾ ਕਮੈਂਟ ਹੀ ਕੀਤਾ ਇਨਡਾਇਰੈਕਟਲੀ, ਆਪਣੀ ਵਾਈਫ ਨੂੰ ਕਹਿੰਦਾ ਲੈ ਭਗਵਾਨ ਨੇ ਇਹਦੀਆਂ ਰੋਟੀਆਂ ਬਣਾ ਦੇ, ਟੱਬਰ ਨੂੰ ਖਾ ਤਾਂ ਲਵਾਂਗੇ। ਸੋ ਇਸ ਤਰ੍ਹਾਂ ਦੀ ਹਾਲ ਸੀ। ਦਵਾਈ ਲਈ ਪੈਸੇ ਨਹੀਂ ਸੀ ਹੁੰਦੇ ਤੇ ਉਹਨਾਂ ਦੇ ਬਹੁਤ ਅਜ਼ੀਜ਼ ਸੀਗੇ ਜੀ ਇਹ ਸ਼੍ਰੀ ਬਲਬੀਰ ਸਕੰਦ ਜੀ, ਜਿਨ੍ਹਾਂ ਦੇ ਨਾਲ ਮੇਰੇ ਬਹੁਤ ਅੱਛੇ ਸੰਬੰਧ ਰਹੇ। ਦੇਸ਼ ਪ੍ਰਦੇਸ਼ ਦੇ ਕਰਕੇ ਉਹ ਮੇਰੇ ਫੈਨ ਬਣੇ, ਮੇਰੇ ਲਈ ਬੜੇ ਭਾਗਾਂ ਦੀ ਗੱਲ ਆ। ਧਰਮਿੰਦਰ ਹੋਣਾ ਦੇ ਬਹੁਤ ਨਜ਼ਦੀਕੀ ਸੀ, ਬਹੁਤ ਫਿਲਮ ਪ੍ਰੋਡਕਸ਼ਨਾਂ ਦੇ ਵਿੱਚ ਉਹਨੇ ਕੰਮ ਕੀਤਾ, ਆਪ ਵੀ ਫਿਲਮ ਅੰਬਰੀ ਬਣਾਈ ਤੇ ਉਹ ਇੱਥੇ ਵੀ ਆਏ ਸੀ ਮੇਰੇ ਪਾਸ ਰਹੇ। ਤੇ ਉਹ ਆਪਣੇ ਇਹ ਪੋਸਟ ਕਾਰਡ ਤੇ ਚਿੱਠੀਆਂ ਉਹ ਆਪਣੇ ਕੋਲ ਲੈ ਕੇ ਆਏ ਸੀ, ਜਿਹੜੇ ਨੰਦ ਲਾਲ ਨੂਰਪੁਰੀ ਉਹਨਾਂ ਨੂੰ ਲਿਖੀਆਂ ਸੀ ਤੇ ਉਹਨਾਂ ਦੀਆਂ ਮੈਂ ਫੋਟੋ ਕਾਪੀਆਂ ਕਰ ਲਈਆਂ ਸੀ। ਦੋ ਲਾਈਨਾਂ ਮਿਸਟਰ ਅਟਵਾਲ ਜੀ ਕੋਈ ਤੁਸੀਂ ਪੜ੍ਹ ਕੇ ਸੁਣਾ ਸਕੋ। ਇਹਦੇ ਵਿੱਚੋਂ ਹਨਾ ਜੇ ਮੈਂ ਕਹਾਂ ਕਿ ਬਲਵੀਰ ਮੈਨੂੰ ਐਮਰਜੈਂਸੀ ਦਾ ਪਤਾ, ਉਹਨਾਂ ਦਿਨਾਂ 'ਚ ਐਮਰਜੈਂਸੀ ਲੱਗੀ ਹੋਈ ਸੀ, ਫਿਰ ਵੀ ਕੀ ਕਰਾਂ, ਆਪ ਇੱਕ ਵਾਰੀ ਜ਼ਰੂਰ ਮਿਲ ਜਾਓ, ਇਹ ਚੰਦ ਦਿਨ ਦੀ ਖੇਡ ਹੈ, ਮੁੱਕ ਜਾਵੇਗੀ, ਸ਼ਨੀਵਾਰ ਜਾਂ ਐਤਵਾਰ ਜ਼ਰੂਰ ਵਕਤ ਕੱਢੋ, ਆਪ ਦਾ ਨੰਦ ਲਾਲ ਨੂਰਪੁਰੀ। ਸੋ ਇਹ ਚਿੱਠੀ ਦੂਸਰੇ ਪਾਸੇ ਵੀ ਹੈ, ਪਰ ਇੱਕ ਨਿਸ਼ਾਨੀਆਂ ਜੀ, ਹਿਸਟਰੀ ਹੈ, ਇਹ ਸਾਡੇ ਪਾਸ ਸਰਮਾਇਆ ਹੈ ਜੀ। ਥੈਂਕ ਯੂ ਮਿਸਟਰ ਅਟਵਾਲ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਤੇ ਜਿਹੜੀਆਂ ਚਿੱਠੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਜਿਹੜੇ ਲਿਸਨਰ ਸਕਾਲਰਸ ਹੈਗੇ ਉਹ ਦੇਖ ਵੀ ਸਕਣਗੇ ਕਿ ਹਾਲਾਂਕਿ ਇਹ ਫੋਟੋ ਕਾਪੀਜ਼ ਨੇ, ਪਰ ਫਿਰ ਵੀ ਉਹ ਅਹਿਸਾਸ ਸ਼ਾਇਦ ਜ਼ਰੂਰ ਤਾਜ਼ਾ ਹੋ ਸਕਦੇ ਨੇ। ਇਹ ਉਹਨਾਂ ਦੀ ਹੱਥਾਂ ਦੀ ਲਿਖਤ ਹੈ ਜੀ, ਤੇ ਇਹਦਾ ਤਾਂ ਮੁੱਲ ਹੀ ਕੋਈ ਨਹੀਂ ਹੈ। ਜਤਿੰਦਰ ਜੀ, ਚਿੱਠੀਆਂ ਦੀ ਗੱਲ ਕਰ ਰਹੇ ਆ ਨਾ, ਟੈਕਸਟ ਮੈਸੇਜ ਹੁਣ ਬਹੁਤ ਕਾਮਨ ਹੋਏ ਨੇ, ਕਿਉਂਕਿ ਆਪਾਂ ਹੁਣ ਤਾਂ ਸਾਰਾ ਕੁਝ ਚਿੱਠੀਆਂ ਦੀ ਜਗ੍ਹਾ ਹੁੰਦਾ ਹੀ ਟੈਕਸਟ ਮੈਸੇजेस ਤੇ ਹੈ। ਤੇ ਤੁਸੀਂ ਹੈਰਾਨ ਹੋਗੇ ਕਿ 30 ਸਾਲ ਹੋ ਗਏ ਟੈਕਸਟ ਮੈਸੇਜ
ਸ਼ੁਰੂ ਹੋਏ ਨੂੰ ਵੀ। ਰੀਅਲੀ ਕੱਲ ਜਦੋਂ ਅਸੀਂ ਸੋਚਦੇ ਸੀਗੇ ਤੇ ਦੇਖਿਆ ਵੀ 30 ਸਾਲ ਹੋ ਗਏ, ਇਦਾਂ ਲੱਗਦਾ ਵੀ ਅੱਛਾ ਇਸ ਚੀਜ਼ ਨੂੰ ਵੀ 30 ਸਾਲ ਹੋ ਗਏ। ਸੋ ਇਹ ਨਹੀਂ ਪਤਾ ਵੀ ਆਉਂਦੇ ਸਾਲਾਂ ਦੇ ਵਿੱਚ ਆਪਾਂ ਕੋਈ ਇਹ ਗੱਲ ਕਰਦੇ ਹੋਈਏ ਜਾਂ ਆਪਣੇ ਤੋਂ ਬਾਅਦ ਵਾਲੀ ਜਨਰੇਸ਼ਨ ਵੀ ਟੈਕਸਟ ਮੈਸੇਜ ਹੋਇਆ ਕਰਦੇ ਸੀ, ਖਤਮ ਹੋ ਗਏ, ਹੈ ਨਾ। ਜਿਹੜਾ ਟੈਕਸਟ ਮੈਸੇਜ ਪਹਿਲਾਂ ਕੀਤਾ ਗਿਆ ਸੀ 30 ਸਾਲ ਪਹਿਲਾਂ 3 ਦਸੰਬਰ 1992 ਨੂੰ ਕੀਤਾ ਗਿਆ ਸੀ। ਇੱਕ ਸੌਫਟਵੇਅਰ ਪ੍ਰੋਗਰਾਮਰ ਸੀਗੇ ਨੀਲ ਪੈਪਵਰਥ, ਉਹਨਾਂ ਨੇ ਆਪਣੇ ਬੌਸ ਨੂੰ ਮੈਰੀ ਕ੍ਰਿਸਮਸ ਲਿਖ ਕੇ ਭੇਜਿਆ ਸੀ, ਪਰ ਉਹਦਾ ਰਿਪਲਾਈ ਜਿਹੜਾ ਸੀ ਉਹ ਨਹੀਂ ਆਇਆ ਸੀਗਾ ਮੈਸੇਜ ਦਾ। ਸੋ ਉਹ ਜਿਹੜਾ 30 ਸਾਲ ਪਹਿਲਾਂ ਉਹਨਾਂ ਨੇ ਇੱਕ ਮੈਸੇਜ ਕੀਤਾ ਤੇ ਅੱਜ ਦੇਖ ਲਓ। ਮੈਂ ਇੱਕ ਦਿਨ ਜਤਿੰਦਰ ਜੀ ਇੱਕ ਆਰਟੀਕਲ ਪੜ੍ਹ ਰਹੀ ਸੀ, ਕਹਿੰਦੇ ਆਉਂਦੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੁਸਕਰਾਉਣਾ ਕਿਵੇਂ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਰੋਣਾ ਕਿਵੇਂ। ਉਹਨਾਂ ਨੇ ਜਦੋਂ ਆਪਣਾ ਕੋਈ ਇਮੋਸ਼ਨ ਕਿਸੇ ਨੂੰ ਦੱਸਣਾ ਤਾਂ ਉਹ ਇਮੋਜੀ ਸੈਂਡ ਕਰਿਆ ਕਰਨਗੇ। ਡਾਕਟਰ ਜੈਸਮੀਨ, ਮੈਨੂੰ ਨਾ ਇੱਕ ਚੀਜ਼ ਲੱਗਦੀ ਹੁੰਦੀ ਹੈ ਵੀ ਜਿਹੜੀ ਆਪਣੀ ਜਨਰੇਸ਼ਨ ਰਹੀ ਹੈ ਨਾ, ਜਿਹੜੀ ਵਿੱਚ ਵਿਚਾਲੇ ਵਾਲੀ, ਇਹ ਬਹੁਤ ਸੁਭਾਗੀ ਰਹੀ ਹੈ। ਵੈਰੀ ਟਰੂ। ਅਸੀਂ ਪਿਛਲਾ ਵੀ ਸਾਰਾ ਹੰਢਾਇਆ, ਉਹਨੂੰ ਮਾਣਿਆ, ਤੇ ਅਸੀਂ ਹੁਣ ਟੈਕਨੋਲੋਜੀ ਦੇ ਹਾਣ ਦੇ ਵੀ ਹੈਗੇ ਆ। ਸਾਨੂੰ ਇਹ ਨਹੀਂ ਕਿ ਸਾਨੂੰ ਟੈਕਸਟ ਮੈਸੇਜ ਨਹੀਂ ਆਉਂਦੇ ਜਾਂ ਸਾਨੂੰ ਸਨੈਪਚੈਟ ਨਹੀਂ ਚਲਾਉਣਾ ਆਉਂਦਾ ਜਾਂ ਸਾਨੂੰ ਅਸੀਂ ਜੋ ਵੀ ਅੱਜ ਕੱਲ੍ਹ ਦੀ ਟੈਕਨੋਲੋਜੀ ਚੱਲਦੀ ਹੈ ਆਪਾਂ ਉਹਦੇ ਵੈਲ ਅਵੇਅਰ ਹਾਂ। ਪਰ ਅਸੀਂ ਚਿੱਠੀਆਂ ਵੀ ਲਿਖੀਆਂ, ਅਸੀਂ ਬੰਟੇ ਵੀ ਖੇਲੇ ਆ, ਅਸੀਂ ਗੁੱਲੀ ਡੰਡਾ ਵੀ ਖੇਲਿਆ, ਬਾਂਦਰ ਕਿੱਲਾ ਵੀ ਖੇਲਿਆ। ਤਾਂ ਇਹ ਜਿਹੜਾ ਹੈਗਾ ਆਪਾਂ, ਮੈਨੂੰ ਲੱਗਦਾ ਸਭ ਤੋਂ ਬਲੈਸਡ ਜਨਰੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਹੈ। ਤੇ ਸਾਡੇ ਤਾਂ ਜਿਹੜਾ ਸਾਹਿਤ ਹੈਗਾ, ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਗਾਉਣਾ ਵਜਾਉਣਾ, ਉਹਦੇ ਵਿੱਚ ਚਿੱਠੀਆਂ ਦਾ ਕਿੰਨਾ ਲੰਬਾ ਦੇਖੋ, ਹਨਾ ਤੁਸੀਂ, ਤੇ ਕਿੰਨੇ ਸੋਹਣੇ ਗੀਤ ਹੈ। ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਹੋਊਗਾ ਉਸ ਸਮੇਂ ਦਾ ਜਿਹੜਾ ਚਿੱਠੀਏ ਨਹੀਂ ਚਿੱਠੀਏ ਹੰਝੂਆਂ ਨਾਲ ਲਿਖੀਏ, ਇੱਕ ਮਾਂ ਪੁੱਤ ਨੂੰ ਚਿੱਠੀ ਲਿਖਦੀ ਹੈ ਵਿਦੇਸ਼ ਗਏ ਨੂੰ, ਜਿਹੜਾ ਹਰਭਜਨ ਮਾਨ ਨੇ ਗਾਇਆ ਸੀਗਾ, ਉਹ ਗਾਣਾ ਸੁਣ ਕੇ ਭਾਵੁਕ ਨਹੀਂ ਹੋਇਆ ਹੋਊਗਾ। ਤੇ ਜੇ ਆਪਾਂ ਬਾਲੀਵੁੱਡ ਦੀ ਗੱਲ ਕਰੀਏ, ਬਾਲੀਵੁੱਡ ਦੇ ਵਿੱਚ ਲਿਖੇ ਜੋ ਖਤ ਤੁਝੇ ਉਹ ਤੇਰੀ ਯਾਦ ਮੇ, ਮੁਹੰਮਦ ਰਫੀ ਜੀ ਦਾ ਚਿੱਠੀ ਨਾ ਕੋਈ ਸੰਦੇਸ਼। ਤੇ ਸਭ ਤੋਂ ਜਿਹੜਾ ਲੈਜੈਂਡਰੀ ਹੈਗਾ, ਸਭ ਤੋਂ ਲੈਜੈਂਡਰੀ ਪੰਕਜ ਉਦਾਸ ਜੀ ਦਾ ਜਿਹੜਾ ਗਾਣਾ ਹੈਗਾ, ਚਿੱਠੀ ਆਈ ਹੈ ਚਿੱਠੀ ਆਈ ਹੈ। ਉਹਦੇ ਵਿੱਚ ਵੀ ਇੱਕ ਅੱਛਾ, ਵਿਦੇਸ਼ੀ ਜਿਹੜੇ ਪ੍ਰਦੇਸਾਂ 'ਚ ਰਹਿਣ ਵਾਲੇ ਜਿਹੜੇ ਲੋਕ ਹੈਗੇ ਆ ਨਾ, ਉਹਨਾਂ ਦਾ ਤਾਂ ਚਿੱਠੀਆਂ ਨਾਲ ਵਾਹ ਵਾਸਤਾ ਬਹੁਤ ਜ਼ਿਆਦਾ ਰਿਹਾ। ਇਹ ਵੀ ਚਿੱਠੀ ਉਸੇ ਦੇ ਦਰਦ ਨੂੰ ਜਤਾਉਂਦੀ ਹੈ। ਬੰਦਾ ਪ੍ਰਦੇਸ ਗਿਆ ਹੋਇਆ ਤੇ ਉਹਨੇ ਕਦੋਂ ਆਉਣਾ ਤੇ ਉਹਨੇ ਕੀ ਕੀ ਚੀਜ਼ਾਂ ਮਿਸ ਕਰਤੀਆਂ। ਜੇ ਤੁਸੀਂ ਨਹੀਂ ਸੁਣਿਆ, ਬਹੁਤ ਦੇਰ ਹੋ ਗਈ ਗਾਣਾ, ਤਾਂ ਅੱਜ ਲੱਭ ਕੇ ਗਾਣਾ ਸੁਣਿਓ ਜੀ। ਤੇ ਮੈਨੂੰ ਨਹੀਂ ਲੱਗਦਾ ਕੋਈ ਭਾਵੁਕ ਹੋਏ ਬਿਨਾਂ ਰਹਿ ਜਾਊਗਾ। ਬਿਲਕੁਲ, ਮੈਂ ਤੁਹਾਨੂੰ ਇਹੀ ਕਹਿਣ ਲੱਗੀ ਸੀ, ਜਦੋਂ ਤੁਸੀਂ ਇਹਨਾਂ ਗਾਣਿਆਂ ਦਾ ਵੀ ਜ਼ਿਕਰ ਕਰ ਰਹੇ ਹੋ ਨਾ, ਉਹ ਮੈਨੂੰ ਉਹ ਫੀਲਿੰਗ ਜਿਵੇਂ ਲੂ ਕੰਡੇ ਨਹੀਂ ਤੁਹਾਡੇ ਖੜੇ ਹੁੰਦੇ ਕਿ ਉਹ ਗਾਣੇ ਦਾ ਇੱਕ ਇੱਕ ਸ਼ਬਦ ਜਿਹੜਾ ਨਾ ਤੁਹਾਨੂੰ ਯਾਦ ਆ ਜਾਂਦਾ। ਮੈਨੂੰ ਵੀ ਹੋ ਰਿਹਾ। ਔਰ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਵਿਦੇਸ਼ਾਂ 'ਚ ਗਏ ਜਿਹੜੇ ਲੋਕ ਸੀ, ਉਹਨਾਂ ਦਾ ਤਾਂ ਬਹੁਤ ਗਹਿਰਾ ਸੰਬੰਧ ਸੀ, ਕਿਉਂਕਿ ਉਹਨਾਂ ਲਈ ਤਾਂ ਹੋਰ ਕੋਈ ਹੈ ਹੀ ਨਹੀਂ ਸੀ। ਜਿਹੜਾ ਮੀਨਸ ਆਫ ਕਮਿਊਨੀਕੇਸ਼ਨ ਸੀ ਉਹ ਹੈ ਹੀ ਚਿੱਠੀ ਸੀਗੀ। ਫੋਨ ਤਾਂ ਚਲੋ ਬਹੁਤ ਬਾਅਦ ਜਾ ਕੇ ਆਇਆ, ਪਰ ਜਿਹੜੇ ਲੋਕ ਇੰਨੇ ਸਾਲ ਪਹਿਲਾਂ ਇੱਥੇ ਆ ਕੇ ਵਸ ਗਏ ਸੀ, ਚਿੱਠੀਆਂ ਹੀ ਇੱਕ ਜ਼ਰੀਆ ਹੁੰਦੀਆਂ ਸੀ ਇੱਕ ਦੂਜੇ ਨਾਲ ਜੁੜਨ ਦਾ। ਜੀ, ਚਿੱਠੀਆਂ ਦੇ ਬਾਰੇ ਜਿਹੜੇ ਆਪਾਂ ਗਾਣਿਆਂ ਦੀ ਗੱਲ ਕਰ ਰਹੇ ਸੀਗੇ, ਉਹ ਆਏ ਨਹੀਂ ਕਿ ਕਿਸੇ ਸਿਰਫ ਆਪਾਂ ਇੱਕ ਪਰਟੀਕੂਲਰ ਕੈਟੇਗਰੀ ਦੇ ਵਿੱਚ। ਤੁਸੀਂ ਦੇਖੋ, ਮਾਨਕ ਸਾਹਿਬ ਨੇ ਵੀ ਗਾਣਾ ਗਾਇਆ, ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ। ਇਸ ਤੋਂ ਬਿਨਾਂ ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਮਿਲਟਰੀ, ਅੱਛਾ ਜਦੋਂ ਮਿਲਟਰੀ ਦਾ ਗੱਲ ਆਉਂਦੀ ਹੈ, ਜਦੋਂ ਆਰਮੀ ਦੀ ਗੱਲ ਆਉਂਦੀ ਹੈ, ਫੌਜੀਆਂ ਦੀ ਗੱਲ ਆਉਂਦੀ ਹੈ, ਉੱਥੇ ਚਿੱਠੀ ਦਾ ਬਹੁਤ ਵੱਡਾ ਮਹੱਤਵ ਰਿਹਾ ਹੈਗਾ। ਮੇਰੇ ਆਪਦੇ ਜਿਹੜੇ ਪਿਤਾ ਜੀ ਸੀਗੇ, ਮੇਰੇ ਫਾਦਰ ਸੀਗੇ, ਉਹ ਵੀ ਫੌਜੀ ਰਹੇ ਆ। ਤੇ ਚਿੱਠੀ, ਤੁਸੀਂ ਯਾਦ ਹੋਊਗਾ, ਬਾਰਡਰ ਫਿਲਮ ਆਈ ਸੀ 1999 ਦੇ ਵਿੱਚ, ਉਹਦੇ 'ਚ ਸਪੈਸ਼ਲ ਇੱਕ ਗਾਣਾ ਡੈਡੀਕੇਟ ਕੀਤਾ ਗਿਆ ਸੀਗਾ, ਸੰਦੇਸ਼ੇ ਆਤੇ ਹੈ, ਹਨਾ। ਤਾਂ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਇਹ ਸਾਡੀ ਜ਼ਿੰਦਗੀ ਦਾ ਕਿੰਨਾ ਇੰਟੈਗਰਲ ਪਾਰਟ ਰਿਹਾ ਹੈਗਾ। ਇਹਨੂੰ ਮੈਂ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਜਿਵੇਂ ਆਪਾਂ ਅਹਿਸਾਸ ਲਈ ਅੱਜ ਕੱਲ੍ਹ ਮੇਲਿਆਂ ਤੇ ਜਾ ਕੇ ਆਪਾਂ ਟਾਂਗਿਆਂ ਦੀ ਝੂਟੇ ਲੈਂਦੇ ਆ, ਜਾਂ ਆਪਾਂ ਘੋੜਿਆਂ ਤੇ ਜਾਂ ਊਠਾਂ ਤੇ ਝੂਟੇ ਲੈਂਦੇ ਆ, ਤਾਂ ਸ਼ਾਇਦ ਇਹ ਕੀਤਾ ਜਾ ਸਕਦਾ ਕਦੇ ਨਾ ਕਦੇ ਕੋਈ ਦੋਸਤ ਇੱਕ ਦੂਜੇ ਨੂੰ WhatsApp ਦੇ ਉੱਤੇ ਮੈਸੇਜ ਲਿਖਣ ਦੀ ਬਜਾਏ। ਮੈਂ ਵੈਸੇ ਕੋਸ਼ਿਸ਼ ਕਰੂੰਗਾ। ਮੈਂ ਹੁਣੇ ਤਾਜ਼ਾ ਇੰਡੀਆ ਤੋਂ ਆਇਆ ਤੇ ਭਾਵਨਾਵਾਂ ਵੀ ਕਾਫੀ ਹੈਗੀਆਂ, ਤੇ ਮੈਨੂੰ ਲੱਗਦਾ ਹੈ ਕਿ ਮੈਂ ਇਹ ਕਰੂੰਗਾ ਕਿ ਮੈਂ ਆਪਦੇ ਇੱਕ ਅੱਧੇ ਦੋਸਤ ਨੂੰ, ਕਿਸੇ ਨਾ ਕਿਸੇ ਨੂੰ ਆਪਣੇ ਅਹਿਸਾਸ ਜਿਹੜੇ ਹੈਗੇ ਆ ਉਹ ਕਾਗਜ਼ ਤੇ ਲਿਖ ਕੇ ਜ਼ਰੂਰ ਭੇਜਾਂ। ਔਰ ਮੈਨੂੰ ਲੱਗਦਾ ਜਤਿੰਦਰ ਜੀ, ਜਿਵੇਂ ਤੁਸੀਂ ਕਿਹਾ ਨਾ ਕਿ ਮੈਂ ਇੱਦਾਂ ਕਰੂੰਗਾ, ਵੀ ਮੈਂ ਇੰਡੀਆ ਤੋਂ ਆਇਆ, ਤੁਸੀਂ ਸੋਚੋ ਵੀ ਜੇ ਤੁਸੀਂ ਹੁਣ ਅੱਜ ਜਾ ਕੇ, ਕਿਉਂਕਿ ਅੱਜ ਆਪਣੇ ਅਹਿਸਾਸ ਸਭ ਦੇ ਤਾਜ਼ੇ ਨੇ, ਹੈ ਨਾ, ਜੇ ਜਾ ਕੇ ਅੱਜ ਆਪਾਂ ਇੱਕ ਚਿੱਠੀ ਲਿਖ ਦਈਏ, ਸਾਰੇ ਸੁਣਨ ਵਾਲੇ ਜਿੰਨੇ ਹੈਗੇ ਇੱਕ ਚਿੱਠੀ ਆਪਣੇ ਕਿਸੇ ਖਾਸ ਨੂੰ ਲਿਖ ਦੇਣ ਜਿਹੜਾ ਕਿਤੇ ਦੂਰ ਹੈ, ਜਦੋਂ ਉਹਨਾਂ ਨੂੰ ਚਿੱਠੀਆਂ ਮਿਲਣੀਆਂ ਨੇ, ਕਿੰਨੇ ਸੁਣਨ ਵਾਲੇ ਨੇ ਆਪਣੇ, ਜੇ ਸਾਰੇ ਅੱਜ ਇੱਕ ਚਿੱਠੀ ਲਿਖਣ, ਆਪਾਂ ਨੂੰ ਅਸੀਸਾਂ ਬਹੁਤ ਮਿਲਣਗੀਆਂ, ਅਸੀਸਾਂ ਵੀ ਮਿਲਣਗੀਆਂ। ਔਰ ਜਿਹਨੂੰ ਚਿੱਠੀਆਂ ਮਿਲਣਗੀਆਂ ਉਹਨਾਂ ਨੇ ਸੋਚਣਾ ਵੀ ਇਹ ਚਿੱਠੀ ਅੱਜ ਕਿਵੇਂ ਆਈ, ਵੀ ਇਹ ਤਾਂ ਹੋ ਹੀ ਨਹੀਂ ਸਕਦਾ ਪੋਸੀਬਲ, ਸਾਨੂੰ ਤਾਂ ਡਾਕ ਦੇ ਵਿੱਚ ਬਿੱਲ ਮਿਲਦੇ ਨੇ, ਇਹ ਚਿੱਠੀਆਂ ਅੱਜ ਕਿਵੇਂ ਮਿਲ ਗਈਆਂ। ਕਿੰਨਾ ਸੋਹਣਾ ਸਰਪ੍ਰਾਈਜ਼ ਹੋਊਗਾ ਇਹ। ਤੇ ਕ੍ਰਿਸਮਸ ਦੇ ਉੱਤੇ ਕਿਉਂ ਨਾ ਇਹ ਸਰਪ੍ਰਾਈਜ਼ ਦੇਣ ਦੀ ਕੋਸ਼ਿਸ਼ ਕਰੀਏ। ਬਿਲਕੁਲ। ਤੇ ਮੈਂ ਇਹ ਵੀ ਦੱਸ ਦਿਆਂ ਜੀ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰੀ ਫੇਰ, ਕਿ ਜਿੱਦਾਂ ਮੈਂ ਤੇ ਜਤਿੰਦਰ ਜੀ ਨੇ ਅੱਜ ਇਹ ਸੋਚ ਲਿਆ ਕਿ ਅਸੀਂ ਜਾ ਕੇ ਕਿਸੇ ਨਾ ਕਿਸੇ ਨੂੰ ਅੱਜ ਇੱਕ ਚਿੱਠੀ ਜ਼ਰੂਰ ਲਿਖਣੀ ਹੈ। ਸੋ ਤੁਸੀਂ ਵੀ ਜ਼ਰੂਰ ਲਿਖਿਓ। ਤੇ
ਤੇ ਮੈਨੂੰ ਦੱਸਿਓ ਜ਼ਰੂਰ ਫਿਰ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਕਿ ਤੁਸੀਂ ਕਿਹਨੂੰ ਚਿੱਠੀ ਲਿਖੀ ਤੇ ਉਹਦਾ ਤੁਹਾਨੂੰ ਜਵਾਬ ਆਇਆ। ਜੇ ਲਿਖੀ ਜਵਾਬ ਆਇਆ ਮੈਨੂੰ ਜ਼ਰੂਰ ਦੱਸਿਓ ਕਿ ਅਸੀਂ ਤੁਹਾਡਾ ਪ੍ਰੋਗਰਾਮ ਸੁਣ ਕੇ ਚਿੱਠੀ ਲਿਖੀ ਸੀ ਜੀ, ਤੇ ਆਹ ਫੀਲਿੰਗ ਅੱਗੋਂ ਇਹ ਅਹਿਸਾਸ ਜਿਹੜੇ ਸੀ ਸਾਡੇ ਤਾਜ਼ਾ ਹੋਏ। ਪਰ ਜੇ ਤੁਹਾਡੇ ਬੱਚੇ ਦੀ ਉਮਰ 12 ਸਾਲ ਜਾਂ ਇਸ ਤੋਂ ਘੱਟ ਹੈ ਤਾਂ ਉਹ ਸੈਂਟਾ ਨੂੰ ਲੈਟਰ ਲਿਖ ਸਕਦਾ। ਚਲੋ ਬੱਚਿਆਂ ਵੱਲੋਂ ਇੱਕ ਸ਼ੁਰੂਆਤ ਹੈਗੀ ਹੈ ਤੇ ਉਹਦੇ 'ਚ ਤੁਸੀਂ ਦੱਸਣਾ ਹੈ ਕਿ ਬੱਚੇ ਦੀ 2022 ਦੀ ਫਨ ਤੇ ਮੈਮੋਰੇਬਲ ਸਟੋਰੀ ਕੀ ਸੀ। ਚਿੱਠੀਆਂ ਤੁਸੀਂ ਸਾਨੂੰ 15 ਦਸੰਬਰ ਤੋਂ ਪਹਿਲਾਂ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ vanshika@redfm.ca ਤੇ ਤੁਸੀਂ ਆ ਕੇ ਸਟੂਡੀਓ 'ਚ ਛੱਡ ਕੇ ਵੀ ਜਾ ਸਕਦੇ ਹੋ ਚਿੱਠੀ। ਪਰ ਇੰਨਾ ਯਾਦ ਰਹੇ ਕਿ ਤੁਸੀਂ ਕੋਈ ਪਰਸਨਲ ਜਾਂ ਸੈਂਸਿਟਿਵ ਇਨਫੋਰਮੇਸ਼ਨ ਬੱਚਾ ਨਾ ਲਿਖੇ, ਸਿਰਫ ਆਪਣਾ ਨਾਮ ਤੇ ਉਮਰ ਲਿਖੇ ਤੇ ਲੈਟਰ ਦੇ ਨਾਲ ਬੱਚੇ ਦਾ ਨਾਮ ਔਨ ਏਅਰ ਅਨਾਊਂਸ ਕਰਨ ਦਾ ਰਿਟਨ ਕਨਸੈਂਟ ਦੇਣਾ ਵੀ ਪੇਰੈਂਟਸ ਨੂੰ ਜ਼ਰੂਰੀ ਹੈ। ਜਤਿੰਦਰ ਜੀ ਬਹੁਤ ਸ਼ੁਕਰੀਆ ਇੰਨਾ ਸੋਹਣਾ ਟੌਪਿਕ ਸੁਜੈਸਟ ਕਰਨ ਲਈ। ਸ਼ੁਕਰੀਆ ਤੁਹਾਡਾ। ਵੰਸ਼ਿਕਾ ਦਾ ਵੀ ਸ਼ੁਕਰੀਆ, ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਟੌਪਿਕ ਤੇ ਤੁਸੀਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ।